ਧੰਨ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਗੁਰਦੇਵ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀ ਗੁਰਦਰਬਾਰ ਸ਼ਮੂਲੀਅਤ ਪਾਉਣ ਦਾ ਸੁਭਾਗ ਹੈ। ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਹਰੀ ਜਸ ਕੀਰਤਨ ਆਪ ਸਰਵਨ ਕਰ ਰਹੇ ਸੀ। ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਰਾਗੀ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ। ਇੱਕ ਤੇ ਗੁਰਬਾਣੀ ਕੀਰਤਨ ਸਾਨੂੰ ਸਰਵਨ ਕਰਾ ਰਹੇ ਸੀ, ਨਾਲ ਹੀ ਹਾਕਸਾਰ ਅਰਾਊਂਡ 15 ਮਿੰਟ ਲੇਟ ਹਾਂ ਮੈਂ ਉਹਦੇ ਵਾਸਤੇ। ਉਹਨਾਂ ਨੇ ਸਾਡਾ ਸਮਾਂ ਸਾਰਾ ਕਵਰ ਕੀਤਾ, ਆਪ ਨੂੰ ਕੀਰਤਨ ਸੁਣਾਇਆ। ਖੈਰ ਇਹ ਸਮਾਂ ਗੁਰਬਾਣੀ ਵਿਚਾਰਦਾ ਹੈ। ਆਸੀਸ ਮੁਜਬ ਫਤਿਹ ਬੁਲਾਓ, ਮਨ ਬਿਰਤੀਆਂ ਇਕਾਗਰ ਕਰੀਏ ਤਾਂ ਕਿ ਕੁਝ ਸਮਾਂ ਗੁਰੂ ਕੀ ਬਾਤ ਪਾ ਸਕੀਏ। ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। As we are discussing Guru Nanak Sahib's very glorious ਬਾਣੀ ਜਪਜੀ ਸਾਹਿਬ, ਉਹਦੇ ਸ਼ੁਰੂਆਤ ਦੇ ਚ ਮੂਲ ਮੰਤਰ ਦੇ ਕੁਝ ਅੱਖਰ ਅਸੀਂ ਵਿਚਾਰੇ। ਇੱਕ ਓਂਕਾਰ ਤੋਂ ਲੈ ਕੇ ਨਿਰਭਉ ਨਿਰਵੈਰ, and the last word we were discussing yesterday when we finished our actually conversation here, that was Akal Murut. So today we're going to start from there. Akal Murut, ਜੇ ਆਪ ਗੁਟਕਾ ਸਾਹਿਬ ਤੋਂ ਪਾਠ ਕਰਦੇ ਹੋਵੋ ਰੋਜ਼ਾਨਾ, ਮਹਾਰਾਜ ਜੀ ਦੀ ਅਪਾਰ ਨਵਾਜ਼ਿਸ਼ ਹੋਏ ਤੁਹਾਨੂੰ ਇਸ ਰੂਪ ਦੇ ਵਿੱਚ, ਤੇ ਜੇ ਸਵੇਰੇ ਕੱਲ੍ਹ ਨੂੰ ਪਾਠ ਕਰੋ ਤਾਂ ਥੋੜ੍ਹਾ ਧਿਆਨ ਦਿਓ ਜੇ ਅੱਖਰਾਂ ਵੱਲ। ਜਿਹੜੀ ਅੱਖਰ ਬੰਤਰ ਹੈ ਉਹਨੂੰ ਧਿਆਨ ਨਾਲ ਦੇਖਿਓ। ਸ਼ਬਦ ਗੁਰੂ ਹੈ ਨਾ, ਸ਼ਬਦ ਨੂੰ ਵਿਜ਼ੂਅਲਾਈਜ਼ ਕਰੋਗੇ, ਉਹਨੂੰ ਓਬਜ਼ਰਵ ਕਰੋਗੇ, ਉਹਨੂੰ ਅੰਡਰਸਟੈਂਡ ਕਰੋਗੇ, ਤਾਂ ਹੀ ਉਹਦੇ ਵਿੱਚ ਪਿਆ ਹੋਇਆ ਗੁਰ, ਬਖਸ਼ਿਸ਼, ਗਿਆਨ, ਤੌਫੀਕੀਅਤ, ਨਵਾਜ਼ਿਸ਼, ਉਹਦੇ ਮਾਲਕ ਬਣੋਗੇ ਨਾ। ਜੇ ਉਹਨੂੰ ਹੀ ਧਿਆਨ ਨਹੀਂ ਦੇਵਾਂਗੇ ਤੇ ਡੈਫੀਨੇਟਲੀ ਨਹੀਂ ਬਣੇਗੀ ਬਾਤ। ਖੈਰ, ਜਿਸ ਖਾਸ ਗੱਲ ਮੈਂ ਕਰਨ ਲੱਗਾ ਸੀਗਾ, ਤੁਸੀਂ ਸਤਿਨਾਮ ਦੇਖੋਗੇ ਉਹਦੇ ਮੰਮੇ ਨੂੰ ਔਂਕੜ ਪਈ ਹੈ। ਕਰਤਾ ਪੁਰਖ ਤੱਤੇ ਨੂੰ ਕਰਤੇ ਦੇ ਮਗਰ ਤੇ ਕੰਨਾ ਆ ਗਿਆ, ਪੁਰਖ ਦੇ ਖੱਖੇ ਨੂੰ ਫਿਰ ਲਾਸਟ ਵਿੱਚ ਔਂਕੜ ਪਈ ਹੈ। ਨਿਰਭਉ ਦੇ ਊੜੇ ਨੂੰ ਪਈ ਹੈ, ਨਿਰਵੈਰ ਦੇ ਰਾਰੇ ਨੂੰ ਪਈ ਹੈ। ਮਗਰ ਤੁਸੀਂ ਅਗਲਾ ਲਫ਼ਜ਼ ਦੇਖਦੇ ਹੋ ਅਕਾਲ, ਉਹਦਾ ਲੱਲਾ ਖਾਲੀ ਹੈ, ਉਹਨੂੰ ਕੋਈ ਮਾਤਰਾ ਨਹੀਂ ਹੈ। ਉਸ ਤੋਂ ਅੱਗੇ ਆਉਂਦਾ ਲਫ਼ਜ਼ ਮੂਰਤ, ਮੂਰਤ ਦੇ ਤੱਤੇ ਨੂੰ ਪਈ ਹੈ ਸਿਹਾਰੀ। ਅਰਥ ਕਰਦਿਆਂ ਬਣੇਗੀ ਬਿਹਾਰੀ, ਕਿਉਂਕਿ ਉਹ ਇਸਤਰੀ ਲਿੰਗ ਸ਼ਬਦ ਹੈ, ਇਸਤਰੀਵਾਚੀ। ਸੋ ਲਫ਼ਜ਼ ਬਣਦਾ ਹੈ ਮੂਰਤੀ। ਗੁਰਬਾਣੀ ਗ੍ਰਾਮੈਟੀਕਲ ਵੇ ਦੇ ਨਾਲ ਲਿਖੀ ਗਈ, ਜਿਵੇਂ ਅਲਫਾਬੈਟ ਲਿਖਿਆ ਗਿਆ ਹੁੰਦਾ ਹੈਗਾ, ਜਾਂ ਜਿਵੇਂ ਅਲਜ਼ਬਰਾ ਲਿਖਿਆ ਗਿਆ ਹੁੰਦਾ ਹੈਗਾ, ਅਲਜ਼ਬਰੇ ਦੀ ਤਰ੍ਹਾਂ ਗੁਰਬਾਣੀ ਦੀ ਸਾਰੀ ਰਚਨਾ ਰਚੀ ਹੈ। ਇਹਦੇ 'ਚ ਮਾਤਰਾ ਵੱਧ ਘੱਟ ਜਾਏ ਇੱਕ ਵੀ, ਈਵਨ ਭਾਵੇਂ ਅਸੀਂ ਸਤਿਨਾਮ ਨਹੀਂ ਬੋਲਦੇ, ਮੰਮੇ ਦੀ ਔਂਕੜ ਹਟਾ ਦਿਓ, ਪੂਰੀ ਪੰਕਤੀ ਦੇ ਅਰਥ ਬਦਲ ਜਾਣਗੇ। ਜੇ ਕਿਤੇ ਅਕਾਲ ਦੇ ਲੱਲੇ ਨੂੰ ਜਿਹੜੀ ਹੈ ਔਂਕੜ ਨਹੀਂ ਲੱਗੀ, ਤੁਸੀਂ ਔਂਕੜ ਲਾ ਦਿਓ, ਸਾਰੀ ਪੰਕਤੀ ਦਾ ਤਵਾਜ਼ਨ ਵਿਗੜ ਜਾਏਗਾ। ਸੋ ਈਚ ਐਂਡ ਐਵਰੀਥਿੰਗ ਇਜ਼ ਦੇਅਰ ਫॉर ਸਮ ਕਾਈਂਡ ਆਫ ਪਰਪਸ। ਦ ਪਰਪਸ ਇਜ਼ so that we can understand that Bani as it is, as Guru Maharaj has delivered. That is the main reason behind those actually extra vowels. ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ ਉਹਦੇ 'ਚ ਅਕਾਲ ਮੂਰਤ, ਜਿੰਨੇ ਸਤਿਨਾਮ ਤੋਂ ਲੈ ਕੇ ਅਸੀਂ ਨਿਰਵੈਰ ਤੱਕ ਸ਼ਬਦ ਪੜ੍ਹੇ ਜਾਂ ਸਮਝੇ ਨੇ, ਇਹ ਸਾਰੇ ਦੇ ਸਾਰੇ ਵਿਸ਼ੇਸ਼ਣ ਨੇ, ਐਡਜੈਕਟਿਵ ਨੇ ਓੰਕਾਰ ਦੇ। ਜਿਹੜਾ ਅਕਾਲ ਆ, ਇਹ ਐਡਜੈਕਟਿਵ ਓੰਕਾਰ ਦਾ ਡਾਇਰੈਕਟਲੀ ਨਹੀਂ, ਇਹ ਐਡਜੈਕਟਿਵ ਹੈ ਮੂਰਤ ਦਾ। ਲਫ਼ਜ਼ ਮੂਰਤ ਦਾ ਮਤਲਬ ਮੂਰਤੀ, ਮੂਰਤੀ ਕਿਉਂਕਿ ਇਸਤਰੀਵਾਚੀ ਹੈ, ਇਸ ਕਰਕੇ ਉਹਦਾ ਜਿਹੜਾ ਐਡਜੈਕਟਿਵ ਹੈ, ਵਿਸ਼ੇਸ਼ਣ ਹੈ, ਉਹ ਵੀ ਉਸੇ ਰੂਪ ਨਾਲ ਸੈਂਸ ਕਰੇਗਾ। ਥੋੜ੍ਹੀ ਜਿਹੀ ਲੈਂਗੁਇਸਟਿਕ ਸਾਈਡਸ ਤੋਂ ਗੱਲ ਹੈਗੀ ਹੈ, ਪਰ ਜਸਟ ਇਨਫੋਰਮ ਕਰਨ ਵਾਸਤੇ ਬਾਤ ਕਰ ਰਿਹਾ ਸੀਗਾ ਮੈਂ। ਹੁਣ ਇਹਦੇ 'ਚ ਜਿਹੜਾ ਅਰਥ ਭਾਵ ਲੈ ਲਈਏ, ਬੀਤੇ ਕੱਲ੍ਹ ਵੀ ਗੱਲ ਹੋ ਰਹੀ ਸੀ ਕਿ ਜਿਵੇਂ ਲੋਕੀ ਕਹਿੰਦੇ ਨੇ ਕਿ
ਸਿੱਖੀ ਨੇ ਵਰਸ਼ਿਪਿਜ਼ਮ ਵਿੱਚੋਂ ਕੱਢਿਆ, ਪੂਜਾਵਾਦ ਸਿੱਖੀ 'ਚ ਨਹੀਂ ਹੈਗਾ। ਸਵੇਰੇ ਅਸੀਂ ਵਿਚਾਰ ਰਹੇ ਸੀ ਭਗਤ ਰਵਿਦਾਸ ਜੀ ਦਾ ਬਚਨ ਵੀ ਦੂਤ ਤਾਂ ਬਚਰੈ ਥਨੈ ਬਿਟਾਰਿਓ, ਫੂਲ ਭਵਰ ਜਲਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਉ, ਅਬਰ ਨਾ ਫੂਲ ਅਨੂਪ ਨਾ ਪਾਉ। ਭਗਤ ਜੀ ਕਹਿੰਦੇ ਕਿ ਲੋਕੀ ਕਹਿੰਦੇ ਕਿ ਰੱਬ ਨੂੰ ਸੁੱਚੀਆਂ ਚੀਜ਼ਾਂ ਚੜਾਉਣੀਆਂ ਚਾਹੀਦੀਆਂ ਨੇ, ਫਿਰ ਰੱਬ ਖੁਸ਼ ਹੋ ਜਾਂਦਾ ਹੈਗਾ, ਰੱਬ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਚਾਹੀਦੀ। ਉਹ ਕਹਿੰਦੇ ਪਹਿਲੀ ਗੱਲ ਤੇ ਸੁੱਚਾ ਹੀ ਕੁਝ ਨਹੀਂ ਹੈਗਾ, ਹਰ ਚੀਜ਼ ਝੂਠੀ ਹੈ। ਮਤਲਬ ਸਭ ਤੋਂ ਸੁੱਚਾ ਤੁਸੀਂ ਕਿਹਨੂੰ ਕਹੋਗੇ? ਦੁੱਧ ਨੂੰ। ਦੁੱਧ ਤੇ ਕਹਿੰਦੇ ਵੱਛੇ ਨੇ ਪਹਿਲੇ ਚੁੰਕ ਕੇ ਝੂਠਾ ਕੀਤਾ, ਫੁੱਲ ਨੂੰ ਉਹ ਤੇ ਭੌਰੇ ਨੇ ਝੂਠਾ ਕੀਤਾ, ਪਾਣੀ ਉਹ ਤੇ ਮੱਛੀ ਉਹਦੇ 'ਚ ਤਰ ਰਹੀ ਹੈ, ਉਹਦੇ 'ਚ ਪਾਣੀ ਦੇ ਜੀਵ ਰਹਿ ਰਹੇ ਹੈਗੇ ਨੇ। ਸੋ ਕੁਝ ਵੀ ਸੁੱਚਾ ਨਹੀਂ। ਇਹਦਾ ਮਤਲਬ ਇਹ ਸਭ ਜਿਹੜਾ ਹੈਗਾ ਇਹਦੇ ਵਿੱਚ ਪੈਣ ਦੀ ਆਵਸ਼ਕਤਾ ਨਹੀਂ ਹੈਗੀ। ਸੋ ਸਿੱਖੀ ਆਸ਼ੇ ਦੇ ਵਿੱਚ ਨਾ ਰੱਬ ਦੀਆਂ ਮੂਰਤੀਆਂ ਬਣ ਸਕਦੀਆਂ ਨੇ ਤੇ ਨਾ ਮੂਰਤੀਆਂ ਬਣਾਉਣੀਆਂ ਚਾਹੀਦੀਆਂ। ਜਿਹੜੀ ਸਟੈਚੂ ਵਰਸ਼ਿਪ ਹੈਗੀ ਏ, ਇਟਸ ਟੋਟਲੀ ਪ੍ਰੋਹਿਬਿਟਡ, ਟੋਟਲ ਉਸ ਰੂਪ ਦੇ ਵਿੱਚ, ਇਹਦੇ 'ਚ ਕੋਈ ਉਹ ਆਸ਼ਾ ਨਹੀਂ ਹੈਗਾ। ਜੇ ਕੋਈ ਬੰਦਾ ਕਿ ਕੀ ਫਰਕ ਪੈਂਦਾ ਹੈ ਜੀ, ਜੇ ਬੰਦਾ ਕੋਈ ਕਿਸੇ ਕਿਸਮ ਦਾ ਅਕਸ਼ ਨਕਸ਼ ਖਿੱਚ ਕੇ, ਫੋਟੋ ਖਿੱਚ ਕੇ ਤੇ ਉਹਦੀ ਪੂਜਾ ਕਰੀ ਜਾਂਦਾ ਹੈਗਾ, ਇਹਦੇ ਨਾਲ ਕੀ ਫਰਕ ਪਏਗਾ? ਗੁਰਮਤ ਨੇ ਇਹ ਕਿਹਾ ਇਹ ਜ਼ਾਹਿਲਤਾ ਹੈ, ਇਲਿਟਰੇਸ਼ਨ, ਬਿਲਕੁਲ ਅਮੂੜਤਾ ਹੈ। ਇਸ ਤਰੀਕੇ ਨਾਲ ਅਸੀਂ ਅਸਲ ਜਿਹੜੀ ਚੀਜ਼ ਵਿਜ਼ਨ ਕਰਨੀ ਚਾਹੀਦੀ ਹੈ ਉਹਦੇ ਤੋਂ ਟੁੱਟ ਜਾਵਾਂਗੇ। ਜਿਵੇਂ ਤੁਸੀਂ ਕਿਸੇ ਨੂੰ ਕਹੋ ਕਿ ਤੂੰ ਨਾ ਦੇਖ, ਮੈਂਟਲ ਹੈਲਥ 'ਚ ਕਈ ਵਾਰੀ ਕਹੀਆਂ ਜਾਂਦੀਆਂ ਨੇ ਚੀਜ਼ਾਂ ਕਿ ਜਿਹੜੀ ਪਾਣੀ ਦੀ ਆਵਾਜ਼ ਹੈ ਨਾ, ਕਲਕਲ ਕਰਨ ਦੀ, ਫਾਲ ਦੀ, ਇਹ ਆਵਾਜ਼ ਇਹ ਤੈਨੂੰ ਸੂਦਿੰਗ ਕਰੇਗੀ, ਤੈਨੂੰ ਹੈਲਪ ਕਰੇਗੀ ਮੈਂਟਲ ਹੈਲਥ ਦੇ ਵਿੱਚ, ਤੇ ਤੂੰ ਪਾਣੀ ਦੇ ਕੰਢੇ ਬੈਠਿਆ ਕਰ ਜਾ ਕੇ। ਬੰਦੇ ਨੇ ਕਿਹਾ ਠੀਕ ਆ, ਵੱਡੀ ਸਾਰੀ ਫੋਟੋ ਲਿਆਂਦੀ, ਘਰ ਦੀ ਦੀਵਾਰ ਤੇ ਲਾ ਲਈ ਤੇ ਬੈਠਾ ਉੱਥੇ ਸਰੂਪ 'ਚ ਮੂਰਤੀ ਦੇ ਕੋਲ, ਉਹ ਫੋਟੋ ਦੇ ਕੋਲ ਬੈਠਾ, ਕਹਿੰਦਾ ਬਸ ਠੀਕ ਆ। ਫਿਰ ਜਾ ਕੇ ਕਹਿੰਦਾ 2 ਦਿਨਾਂ ਬਾਅਦ ਡਾਕਟਰ ਨੂੰ, ਨੋ ਇਟਸ ਨੋਟ ਹੈਲਪਿੰਗ ਐਟ ਆਲ, ਬਿਲਕੁਲ ਪਾਣੀ ਦੇ ਨਾਲ ਬੈਠਾ। ਉਹ ਕਹਿੰਦਾ ਕੁਛ ਤੇ ਫਰਕ ਪੈਣਾ ਚਾਹੀਦਾ। ਉਹਦੀ ਆਵਾਜ਼ ਕਿਵੇਂ ਆਉਂਦੀ? ਕਹਿੰਦਾ ਆਵਾਜ਼ ਵੂਜ ਕੋਈ ਨਹੀਂ ਆਉਂਦੀ, ਬਸ ਵੈਸੇ ਪਾਣੀ ਹੈ। ਤਾਂ ਪਾਣੀ ਕਾਹਦੇ 'ਚ? ਫੋਟੋ 'ਚ ਹੈ। ਭਈ ਫੋਟੋ ਦੇ ਨਾਲ ਬਾਤ ਨਹੀਂ ਬਣਨੀ, ਪ੍ਰੈਕਟੀਕਲ ਵੇ ਨਾਲ ਤੈਨੂੰ ਜਾਣਾ ਪੈਣਾ ਹੈਗਾ। ਜਦੋਂ ਅਸੀਂ ਗੁਰਮਤਿ ਆਸ਼ੇ 'ਚ ਕਹਿੰਦੇ ਹਾਂ ਅਕਾਲ ਪੁਰਖ ਵਾਹਿਗੁਰੂ ਮੂਰਤੀਮਾਨ ਹੈ, ਪਰ ਉਹਦੀ ਮੂਰਤੀ ਕਿਸੇ ਲੱਕੜ ਦੀ, ਪੱਥਰ ਦੀ, ਕਾਗਜ਼ ਦੀ ਨਹੀਂ ਹੈ, ਅਕਾਲ ਮੂਰਤ ਆ। ਅਕਾਲ ਤੋਂ ਮੁਰਾਦ ਕੀ ਹੈ? ਜਿਹਨੂੰ ਭਾਈ ਵੀਰ ਸਿੰਘ ਜੀ ਇਸ ਤਰ੍ਹਾਂ ਬਿਆਨ ਕਰਦੇ, ਉਹ ਕਹਿੰਦੇ ਕਿ ਉਹ ਸਭ ਰੂਪਾਂ ਦੇ ਵਿੱਚ ਅਰੂਪ ਹੋ ਕੇ ਬੈਠਾ ਹੈ, ਆ ਉਹਦੀ ਮੂਰਤ ਹੈ। ਜਦੋਂ ਬੰਦਾ ਸਭ ਸ਼ਕਲਾਂ ਸੂਰਤਾਂ ਦੇਖਦਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ 'ਚ ਬਿਆਨ ਕੀਤਾ, ਜਦੋਂ ਉਹਨਾਂ ਨੇ ਆਰਤੀ ਗੁਰੂ ਸਾਹਿਬ ਨੂੰ ਕਿਹਾ ਨਾ ਵੀ ਲੈਟਸ ਕਮ ਐਂਡ ਪਾਰਟਿਸਿਪੇਟ ਇਨ ਆਵਰ ਆਰਤੀ, ਐਂਡ ਬਾਬਾ ਜੀ ਵੈਂਟ ਇਨਸਾਈਡ ਦਾ ਟੈਂਪਲ ਐਂਡ ਬਾਬਾ ਜੀ ਵਾਜ਼ ਲੁਕਿੰਗ ਔਨ them whatever they were doing, and Baba ji was smiling, and afterward they realized no, this person hasn't participated as we were thinking. He was actually having some kind of fun on us. Let's talk to him. ਉਹਨਾਂ ਸਿੱਧੇ ਤੌਰ ਤੇ ਬਾਤ ਕੀਤੀ, ਤੁਸੀਂ ਸਾਡੇ ਨਾਲ ਪਾਰਟਿਸਿਪੇਟ ਤੇ ਨਹੀਂ ਕੀਤਾ, ਤੁਸੀਂ ਤੇ ਆਰਾਮ ਨਾਲ ਖੇਡੇ, ਸਾਡੇ ਤੇ ਹੱਸਦੇ ਰਹੇ। ਬਾਬਾ ਜੀ ਕਹਿੰਦੇ ਇਹੋ ਜਿਹੇ ਕੰਮਾਂ ਤੇ ਹਾਸਾ ਹੀ ਆਉਂਦਾ, ਹੋਰ ਕੀ ਹੋ ਸਕਦਾ? ਉਹਨਾਂ ਦਾ ਖੂਨ ਹੀ ਪਾਣੀ ਬਣ ਗਿਆ। ਆ ਕੀ ਬਣਿਆ? ਇਹੋ ਜਿਹੇ ਕੰਮਾਂ ਤੇ ਹਾਸਾ ਹੀ ਆਉਂਦਾ। ਲੋਕੀ ਤੇ ਸਾਡੀ ਆਰਤੀ ਵੇਖਣ ਬੜੀ ਬੜੀ ਦੂਰੋਂ ਆਉਂਦੇ, ਕਮਾਲ ਕਰ ਦਿੰਦੇ ਸਰੂਪ। ਬਾਬਾ ਜੀ ਕਹਿੰਦੇ ਠੀਕ ਆ, ਜਿਹੋ ਜਿਹਾ ਜਗਨਨਾਥ ਇਹੋ ਜਿਹੀ ਆਰਤੀ ਇਸੇ ਤਰ੍ਹਾਂ ਦੀ ਹੋਏਗੀ, ਐਵੇਂ ਖੇਡਿਆ ਖੁੱਡਾਂ ਹੀ ਹੋਣਗੀਆਂ ਸਾਰੀਆਂ। ਉਹ ਕਹਿੰਦੇ ਅੱਛਾ, ਸਾਡੀ ਤੇ ਰਹਿ ਗਈ ਖੇਡ, ਤੁਸੀਂ ਪਰਦੇਸੀ ਬੰਦੇ ਹੋ, ਪਰ ਇਹਦਾ ਮਤਲਬ ਇਹ ਥੋੜਾ ਹੈਗਾ ਕਿ ਤੁਸੀਂ ਸਾਡਾ ਮਜ਼ਾਕ ਉਡਾਓਗੇ। ਹੁਣ ਸਾਨੂੰ ਦੱਸੋ ਕਿ ਆਰਤੀ ਹੁੰਦੀ ਕੀ ਹੈ, ਕਰਕੇ ਵਿਖਾਓ, ਜਾਂ ਸਾਡੀ ਨੂੰ ਮੰਨੋ ਵੀ ਸਾਡੀ ਆਰਤੀ ਸਭ ਤੋਂ ਵੱਡੀ ਹੈ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਇਹ ਝੂਠ ਹੈ। ਆਰਤੀ ਜਿਹੜੀ ਹੈ ਉਹ ਤੇ ਤੁਹਾਨੂੰ ਪਤਾ ਹੀ ਨਹੀਂ ਆਰਤੀ ਹੁੰਦੀ ਕੀ ਹੈ। ਉਹ ਕਹਿੰਦੇ ਤੇ ਬਿਲਕੁਲ ਹੀ ਗੜਬੜ ਹੋ। ਕਹਿੰਦੇ ਹੁਣ ਸਿੱਧੀ ਗੱਲ ਇਹ ਹੈ, ਜਾਂ ਤੇ ਆਰਤੀ ਵਿਖਾਓ, ਨਹੀਂ ਤੇ ਸਾਡੀ ਮੰਨੋ। ਬਾਬਾ ਜੀ ਕਹਿੰਦੇ ਲਿਆ ਭਾਈ ਮਰਦਾਨੇ ਨੂੰ ਕਿਹਾ, ਮਰਦਾਨਾ ਜੀ ਰਬਾਬ ਛੋਹੋ, ਇਹਨਾਂ ਨੂੰ ਆਰਤੀ ਵਿਖਾਈਏ। ਸ਼ਬਦ ਸ਼ੁਰੂ ਹੋਇਆ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਪੰਡਿਤ ਜੀ ਆਪਣਾ ਥਾਲ ਤੇ ਮਾਪੋ ਕਿੱਡਾ ਕੁ ਵੱਡਾ ਹੈਗਾ, ਹੋਏਗਾ 2 ਫੁੱਟ ਦਾ, 4 ਫੁੱਟ ਦਾ, 1 ਗਜ ਦਾ, 2 ਗਜ ਦਾ। ਕਮਾਲ ਆ, ਥਾਲ ਵੇਖ ਗਗਨ ਦਾ ਕਿੱਡਾ ਵੱਡਾ ਹੈਗਾ। ਗਗਨ ਮੈਂ ਥਾਲ, ਫਿਰ ਦੀਵੇ ਕਿੱਡੇ ਕੁ ਹੋਣਗੇ ਤੇਰੇ? ਕੋਈ ਹੋਏਗਾ ਮਤਲਬ 1 ਪਾ ਦਾ, 2 ਸੇਰ ਦਾ, 4 ਸੇਰ ਦਾ। ਕੋਈ ਪੰਡਤ ਦੀਵੇ ਤੇ ਆ ਨੇ ਜਿਹੜੇ ਬਲ ਰਹੇ ਨੇ, ਨਾ ਕਿਸੇ ਦੇ ਬਾਲਿਆਂ ਬਲਦੇ ਨੇ, ਨਾ ਬੁਝਾਇਆਂ ਬੁਝਦੇ ਨੇ, ਜਿਹਨੂੰ ਕਰਤਾਰੀ ਹਸਤੀ ਜਿਹੜਾ ਕੋਜ਼ਮੋ ਬਾਲ ਕੇ ਬੈਠਾ ਹੈਗਾ। ਸੋ ਬਾਬਾ ਜੀ ਨੇ ਉਹਦੀ ਬਾਤ ਕੀਤੀ, ਕਿਆ ਇਹ ਆਰਤੀ ਹੈ? ਕੈਸੀ ਆਰਤੀ ਹੋਏ? ਸਾਡੇ ਤੋਂ ਕਿਹੋ ਜੀ ਆਰਤੀ ਹੋ ਸਕਦੀ ਹੈ? ਪਵਖੰਡ ਨਾ ਤੇਰੀ ਆਰਤੀ। ਕਿਆ ਬਾਬਾ ਇਹ ਤੇ ਹੋਗੀ ਆਰਤੀ, ਜਿਹੜਾ ਜਗਨਨਾਥ ਹੈ ਉਹਦੀ ਵੀ ਕੋਈ ਸ਼ਕਲ ਵਿਖਾ।
ਜਿਹਦੀ ਮਤਲਬ ਇਹੋ ਜਿਹੀ ਆਰਤੀ ਹੋ ਰਹੀ ਏ ਉਹ ਹੈ ਕਿਹੋ ਜਿਹਾ। ਫਿਰ ਉੱਥੇ ਬਾਬਾ ਜੀ ਨੇ ਜਿਹੜੀ ਅਗਲੀਆਂ ਸਤਰਾਂ ਲਿਖੀਆਂ, ਕਿਆ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਮੂਰਤੀ ਉਹਦੀ ਕੀ ਬਣਾਓਗੇ। ਉਹਦੀਆਂ ਜਿਹੋ ਜਿਹੀਆਂ ਅੱਖਾਂ ਨੇ ਉਹ ਅੱਖਾਂ ਸਾਡੇ ਤੋਂ ਨਹੀਂ ਬਣ ਸਕਦੀਆਂ, ਕਿਉਂਕਿ ਉਹਦੀਆਂ ਹਜ਼ਾਰਾਂ ਅੱਖਾਂ, ਹਰ ਅੱਖ 'ਚੋਂ ਬੈਠਾ ਹੈਗਾ ਜੋਤ ਰੂਪ ਹੋ ਕੇ, ਪਰ ਇੱਕ ਵੀ ਅੱਖ ਉਹਦੀ ਨਹੀਂ ਗੀ। ਮੌਲਿਕ ਗੱਲ ਇਹ ਹੈ ਜਿਹੜੀ ਸਟੈਚੂ ਵਰਸ਼ਿਪ ਹੈ, ਜਿਹੜੀ ਆਈਡੀਅਲ ਵਰਸ਼ਿਪ ਹੈਗੀ ਇਸ ਕਿਸਮ ਦੇ ਨਾਲ ਉਹ ਸਭ ਕੁਝ ਗੁਰਮਤ ਨੇ ਕਿਹਾ ਇਹ ਸਹੀ ਰੂਪ ਵਿੱਚ ਕਿਹਾ ਜਾਏ ਕਲਟਿਆ। ਇਟਸ ਕਾਈਂਡ ਆਫ ਟ੍ਰੈਪ, ਬੰਦਾ ਫਸ ਜਾਂਦਾ ਇਹਦੇ ਵਿੱਚ। ਇਸ ਸਾਰੇ ਤੋਂ ਸਾਨੂੰ ਮਹਾਰਾਜ ਨੇ ਬਿਲਕੁਲ ਲਿਬਰੇਸ਼ਨ ਕਰ ਦਿੱਤੀ। ਕਿਆ ਕੰਪਲੀਟ ਆਜ਼ਾਦ, ਬਿਲਕੁਲ ਕਰਤਾਰ ਜ਼ਰਰੇ ਜ਼ਰਰੇ 'ਚ ਮੌਜੂਦ ਹੈ, ਮੂਰਤੀਮਾਨ ਆ। ਉਹਦੀ ਮੂਰਤੀ, ਉਹਦੀ ਹਸਤੀ ਤੋਂ ਅਸੀਂ ਮੁਨਕਰ ਨਹੀਂ ਹੈਗੇ, ਪਰ ਉਹਦੀ ਮੂਰਤੀ ਕਾਲ ਤੋਂ ਪਰੇ ਹੈ। ਸੋ ਇਹ ਲਫ਼ਜ਼ ਬਾਬਾ ਜੀ ਨੇ ਉਸ ਰੂਪ ਵਿੱਚ ਦਿੱਤੇ ਜਿਹਦੇ 'ਚੋਂ ਸਾਡੀ ਸਾਰੇ ਦੀ ਸਾਰੀ ਰਿਲੀਜੀਅਸ ਪ੍ਰੈਕਟਿਸ ਨਿਕਲਦੀ ਹੈ ਗੁਰਮਤਿ ਆਸ਼ੇ ਦੇ 'ਚ। ਹਾਲਾਂਕਿ ਮਾਫੀ ਮੰਗਾਂਗਾ, ਕੋਈ ਅੱਜ ਹਾਲ ਸਾਡਾ ਕੋਈ ਬਹੁਤਾ ਚੰਗਾ ਨਹੀਂ ਹੈਗਾ, ਸੌਰੀ ਟੂ ਸੇ। ਮੈਂ ਤੇ ਮਤਲਬ ਦੇਖ ਦੇਖ ਕੇ ਹੈਰਾਨ ਹੁੰਨਾ, ਗੁਰਮਤਿ ਦਾ ਸਕੂਲ ਪੜ੍ਹੀ ਦਾ, ਦੂਜੇ ਪਾਸੇ ਅੱਜ ਦੇ ਸਿੱਖਾਂ ਦੀ ਪ੍ਰੈਕਟਿਸ ਦੇਖੀ ਦੀ ਹੈ, ਸੋਚੀਦਾ ਉਹ ਕੀ ਬਣ ਰਿਹਾ ਹੈਗਾ। ਜਿਵੇਂ ਮਾਫੀ ਮੰਗਾਂਗਾ ਮੈਂ, ਪਰ ਸਾਡੇ ਜਿਵੇਂ ਨਗਰ ਕੀਰਤਨਾਂ ਦਾ ਜੋ ਦੌਰੋ ਇਹਤਰਾਮ ਚੱਲ ਰਿਹਾ, ਚਾਰ ਚੁਫੇਰੇ ਸਾਰਾ ਇਸ ਰੂਪ ਵਿੱਚ ਇੰਡੀਆ ਤੋਂ ਲੈ ਕੇ ਕਿਸੇ ਪਰਟੀਕੂਲਰ ਨਹੀਂ, ਪਰ ਉਸ ਲੈਵਲ ਤੇ ਦੇਖੋ। ਪਹਿਲੀ ਗੱਲ ਤੇ ਇਹ ਹੈ ਵੀ ਨਗਰ ਕੀਰਤਨ ਦਾ ਕਨਸੈਪਟ ਨਹੀਂ, ਕਨਸੈਪਟ ਸੀਗਾ ਮਹੱਲੇ ਦਾ, ਜਿਹਦੇ ਬਾਬਤ ਸਾਡੇ ਕਿਸੇ ਨੂੰ ਪਤਾ ਨਹੀਂ ਹੈਗਾ। ਪਹਿਲਾ ਮਹੱਲਾ ਸਰਦਾਰ ਬਘੇਲ ਸਿੰਘ ਨੇ ਕੱਢਿਆ ਸੀਗਾ, ਉਹ ਵੀ ਉਦੋਂ ਜਦੋਂ ਨੇ ਦਿੱਲੀ ਕੋਤਵਾਲੀ ਜਾ ਕੇ ਦਿੱਲੀ ਫਤਿਹ ਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿਓਹਰੇ ਦੀ ਉਸਾਰੀ ਵਾਸਤੇ ਨੀਂਹ ਰੱਖੇ ਸੀ। ਬੜਾ ਲੰਮਾ ਚੌੜਾ ਹਿਸਟੋਰੀਕਲ ਪੂਰਾ ਦਾ ਪੂਰਾ ਉਹਦਾ ਜਿਹੜਾ ਹੈਗਾ ਉਹ ਈਵੈਂਟ ਹੈਗਾ, ਇਨਸੀਡੈਂਟ ਹੈ ਪੂਰੇ ਦਾ ਪੂਰਾ, ਮੈਂ ਬਿਆਨ ਕੀਤਾ ਸਮਾਂ ਲੱਗ ਜਾਏਗਾ, ਪਰ ਕਮਾਲ ਦਾ ਇਨਸੀਡੈਂਟ ਹੋਇਆ ਉੱਥੇ। ਉਹ ਸਰਕਾਰੀ ਕੋਤਵਾਲੀ ਸੀ, ਮਤਲਬ ਸਰਕਾਰੀ ਉਹ ਉੱਥੇ ਥਾਣਾ ਸੀ ਨਾ, ਥਾਣੇ ਦੇ ਵਿੱਚ ਸਾਰੀਆਂ ਪਨਿਸ਼ਮੈਂਟ ਦਿੱਤੀਆਂ, ਸਾਰਾ ਕੁਝ, ਨਾਲ ਮਸੀਤ ਬਣੀ ਪੂਰਾ ਦਾ ਪੂਰਾ। ਉੱਥੇ ਜਾ ਕੇ ਸਰਦਾਰ ਬਘੇਲ ਸਿੰਘ ਨੇ ਕਿਹਾ ਕਿ ਸਾਡੀ ਕਿਸੇ ਧਰਮ ਨਾਲ ਕੋਈ ਨਫ਼ਰਤਕਾਰੀ ਨਹੀਂ, ਕਿਸੇ ਰੂਪ ਦੇ ਵਿੱਚ ਨਹੀਂ, ਪਰ ਧਰਤੀ ਦਾ ਸਭ ਤੋਂ ਸੁੱਚਾ ਖੂਨ ਡੁੱਲਾ ਇੱਥੇ। ਕਮਾਲ ਆ, ਇੱਥੇ ਤੇ ਸਜਦੇ ਹੁੰਦਿਆਂ, ਸੀਸ ਝੁਕਦਿਆਂ ਬੰਦਿਆਂ ਦੇ ਸੀਸ ਜਿਹੜਾ ਹੈਗਾ ਉਹ ਨਹੀਂ ਥੱਕਣੇ ਚਾਹੀਦੇ। ਇਸ ਜਗ੍ਹਾ ਨੂੰ ਇੱਥੇ ਦਿਓਹਰਾ ਉਸਰੇਗਾ। ਉਹਦੇ ਦਿਓਹਰੇ ਦੀ ਉਸਾਰੀ ਸ਼ੁਰੂਆਤ ਕੀਤੀ। ਉਸਾਰੀ ਕਰਵਾਉਣ ਦੇ ਨਾਲ ਹੀ ਉਹਨਾਂ ਨੇ ਕਿਹਾ ਕਦੀ ਲਾਲ ਕਿਲੇ ਤੋਂ ਕੂੜ ਦਾ ਮੁਹਾਜ ਚੜ੍ਹ ਕੇ ਆਇਆ ਸੀ ਸੱਚ ਨੂੰ ਮਿਟਾਉਣ ਵਾਸਤੇ, ਪਰ ਹਕੀਕਤ ਇਹ ਹੈ, ਬਾਣੀ ਦਾ ਬਚਨ ਹੈ, ਕੂੜ ਨਿਖੁੱਟਸ ਨਾਨਕਾ ਔੜਕ ਸੱਚ ਰਹੀ। ਸੱਚ ਨਹੀਂ ਮਰਦਾ। ਸਭ ਨੇ ਜ਼ਿਕਰ ਕੀਤਾ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਟ ਹੈ। ਜਿਹੜਾ ਸੱਚ ਹੈ ਨਾ ਇਹ ਪੁਰਾਣਾ ਹੁੰਦਾ ਹੈ, ਤੇ ਜਿਹੜੀ ਚੀਜ਼ ਸੱਚ ਨਾਲ ਸੀਪ ਜਾਂਦੀ ਉਹ ਸੱਚ ਵਰਗੀ ਹੋ ਜਾਂਦੀ ਹੈ। ਜੇ ਸੱਚ ਨਹੀਂ ਮਰਦਾ, ਜਿਹੜਾ ਉਹਦੇ ਨਾਲ ਸੀਪਾ ਉਹਦਾ ਨਾਮ ਵੀ ਨਹੀਂ ਮਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚ ਤੇ ਖੜੇ ਸੀ। ਫਿਰ ਪਹਿਲੀ ਵਾਰੀ ਇਹ ਬਾਤ ਆਈ ਮਹਾਰਾਜ ਦੀ, ਉਸ ਜਿਹੜੀ ਹੈ ਸ਼ਹਾਦਤ ਦਾ ਰੰਗ ਜਿਹੜਾ ਸਾਹਮਣੇ ਆਇਆ ਵਿਦ ਇਨ 100 ਈਅਰਸ। ਕਮਾਲ ਹੋ ਗਏ, ਧਰਤੀ ਦੇ ਉੱਤੇ ਕਦੀ ਨਹੀਂ ਹੋਇਆ। ਐਡੀ ਵੱਡੀ ਦੁਨੀਆ ਦੀ ਐਮਪਾਇਰ, ਬ੍ਰਿਟਿਸ਼ ਤੇ ਜੇ ਖੜੇ ਵੀ ਨਹੀਂ ਸੀ ਹੋਏ ਉਸ ਲੈਵਲ ਤੇ, ਜਿੱਡੀ ਵੱਡੀ ਐਮਪਾਇਰ ਸੀ ਇੰਡੀਆ ਦੇ ਵਿੱਚ ਮੁਗਲਾਂ ਦੀ, ਜਿਹਨੂੰ ਕਹਿੰਦੇ ਹੁੰਦੇ ਸੀ ਕਿ ਇਹਨਾਂ ਦੀ ਨੌਬਤ ਨਹੀਂ ਕਦੀ ਬੁੱਝਣੀ, ਉਹ ਬਿਲਕੁਲ ਜੜੋਂ ਖੇਡ ਕੇ ਰੱਖ ਦਿੱਤੀ। ਤੇ ਉਹ ਵੀ ਅਸੂਲ ਤੇ, ਇਹ ਨਹੀਂ ਕਿਸੇ ਸੋ ਕਾਲਡ ਜਿਹੜਾ ਹੈ ਬਗਾਵਤੀ ਰੰਗ ਦੇ ਵਿੱਚ, ਮੁਹਾਜੀਅਤ ਵਿੱਚ ਤੇ ਉਸ ਕਿਸਮ ਦੇ ਲਾਲਚ ਸਵਾਰਥ ਦੇ ਵਿੱਚ, ਨਾ, ਬਿਲਕੁਲ ਅਸੂਲਨ ਪੱਖ ਤੋਂ। ਫਿਰ ਕਿਹਾ ਹੁਣ ਇਹ ਸਮਾਂ ਹੈ ਜਦੋਂ ਪੂਰੀ ਸੰਸਾਰ ਨੂੰ ਦੱਸਿਆ ਜਾਏ ਕਿ ਸੱਚ ਹਮੇਸ਼ਾ ਜੇਤੂ ਹੁੰਦਾ ਹੈ। ਫਿਰ ਇਸ ਕਰਕੇ ਸੀਸਗੰਜ ਸਾਹਿਬ ਤੋਂ ਪਹਿਲਾ ਮਹੱਲਾ ਇੱਥੋਂ ਲੈ ਕੇ ਤੇ ਫਿਰ ਲਾਲ ਕਿਲੇ ਤੱਕ ਕੱਢਿਆ ਗਿਆ ਸੀਗਾ, ਉੱਥੇ ਕੇਸਰੀ ਨਿਸ਼ਾਨ ਚੁਲਾਇਆ ਗਿਆ ਸੀਗਾ। ਫਿਰ ਇਹਦੀ ਯਾਦ ਵਿੱਚ ਵਰਿਆਂ ਦੇ ਵਰੇ ਮਹੱਲੇ ਨਿਕਲਦੇ ਰਹੇ। ਫਿਰ ਅਗਾਂ ਹੋਰ ਸ਼ਹਿਰਾਂ ਥਾਵਾਂ ਤੇ ਫਿਰ ਇਹ ਮਹੱਲੇ, ਜਿਹਨੂੰ ਫਿਰ ਜਲਾਓ ਦਾ ਨਾਂ ਦਿੱਤਾ ਗਿਆ, ਜਿੱਥੋਂ ਲਫ਼ਜ਼ ਬਣਿਆ ਜਲੂਸ। ਬੇਸਿਕਲੀ ਇਹ ਲਫ਼ਜ਼ ਅਸੀਂ ਬੜਾ ਨੈਗੇਟਿਵ ਸੈਂਸ ਯੂਜ਼ ਕਰਨ ਲੱਗ ਗਏ ਇਕੱਠ ਦੇ ਰੂਪ ਦੇ ਵਿੱਚ। ਜਿਵੇਂ ਆਪ ਜਿੱਥੇ ਬੈਠੇ ਹੋ, ਇਹਨੂੰ ਜੇ ਅਸੀਂ ਮਤਲਬ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ 'ਚੋਂ ਪੜ੍ਹਦੇ ਹਾਂ ਤਾਂ ਸੰਗਤ ਨੂੰ ਪਤਾ ਕੀ ਕਹਿੰਦੇ ਨੇ, ਆ ਹਜ਼ੂਮੇ ਖੁਸ਼ ਕੇ ਬਹਿਰੇ ਬੰਦਗਿਸਤ, ਆ ਹਜ਼ੂਮੇ ਖੁਸ਼ ਕੇ ਬਹਿਰੇ ਜ਼ਿੰਦਗੀਸਤ। ਅਸੀਂ ਵੈਸੇ ਕਹੀਏ ਕੋਈ ਚਾਰ ਬੰਦੇ ਇਕੱਠੇ ਹੋਏ ਹੋਣ ਤੇ ਬੰਦਾ ਨੈਗੇਟਿਵ ਸੈਂਸ 'ਚ ਕਹਿੰਦਾ ਆਹ ਹਜੂਮ ਇਕੱਠਾ ਹੋਇਆ ਉੱਥੇ, ਮਤਲਬ ਅਸੀਂ ਹਜੂਮ ਨੂੰ ਬੜਾ ਨੈਗੇਟਿਵ ਸੈਂਸ 'ਚ ਲੈਂਦੇ ਹਾਂ। ਪਰ ਭਾਈ ਨੰਦ ਲਾਲ ਜੀ ਕਹਿੰਦੇ ਜਿੱਥੇ ਸੱਤ ਨਾਲ ਸਾਂਝ ਕਰਨ ਵਾਲੇ ਚਾਰ ਜਰੀ ਸਰੀਰ ਇਕੱਠੇ ਹੁੰਦੇ ਨੇ, ਮੇਰੇ ਵਾਸਤੇ ਹਜੂਮ ਬੜਾ ਭਲਾ ਹੈ। ਭਾਵ ਵਰਡ ਦਾ ਪ੍ਰਯੋਗ ਨੈਗੇਟਿਵ ਤੇ ਪੋਜ਼ਿਟਿਵ ਦੋਵਾਂ ਸੈਂਸ ਵਿੱਚ ਹੁੰਦਾ ਹੈ। ਜਲੂਸ ਇਹ ਕੋਈ ਨੈਗੇਟਿਵ ਵਸ ਨਹੀਂ, ਜਲਾਓ ਦਾ ਪ੍ਰਤੀਕ ਹੈ। ਫਿਰ ਜਲਾਓ ਇਸ ਰੂਪ ਵਿੱਚ ਕੱਢਿਆ ਜਾਂਦਾ ਸੀਗਾ ਕਿ ਜ਼ਾਹਰ ਜਲਵਾ ਕੱਢਣਾ। ਉਹਦੇ ਵਿੱਚ
ਜਦੋਂ ਮਹੱਲੇ ਨਿਕਲਦੇ ਸੀ, ਜਲਾਓ ਨਿਕਲਦੇ ਸੀ, ਪੁਰਾਣੀਆਂ ਮੇਰੇ ਕੋਲ ਕੁਝ ਐਟਲਸਿਸ ਪਈਆਂ ਨੇ, ਤਸਵੀਰਾਂ ਪਈਆਂ ਨੇ, ਹੋਰ ਲਿਖਾਵਟਾਂ 'ਚ ਦੇਖਦੇ ਹਾਂ, ਤੇ ਉਹਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਮਹੱਲਾ ਨਿਕਲਦਾ ਹੁੰਦਾ ਸੀਗਾ ਤੇ ਮਹਾਰਾਜ ਦਾ ਸਰੂਪ ਬਹੁਤੀ ਵਾਰੀ ਹਾਥੀ ਦੀ ਪਾਲਕੀ ਤੇ ਹੁੰਦਾ ਸੀ। ਹਾਥੀ ਉੱਚਾ ਹੁੰਦਾ ਨਾ, ਹਾਥੀ ਦੀ ਪਾਲਕੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਜਾਂਦਾ ਸੀ, ਕਿਉਂਕਿ ਸ਼ਬਦ ਦੀ ਅਗਵਾਈ ਅਲਟੀਮੇਟਲੀ ਇਸ ਰੂਪ ਦੇ ਵਿੱਚ। ਫਿਰ ਹੌਲੀ ਹੌਲੀ ਕਰਦਿਆਂ ਸਾਧਨ ਸੰਸਾਧਨ ਦੂਜੇ ਆ ਗਏ, ਸਾਧਨ ਸੰਸਾਧਨਾਂ ਦੇ ਵਿੱਚ ਟਰੈਕਟਰ, ਟਰਾਲੀਆਂ, ਟਰੱਕ ਇਸ ਰੂਪ ਦੇ ਵਿੱਚ ਆ ਗਏ। ਹੁਣ ਉੱਥੇ ਕੀ ਆ, ਆਪਨੇ ਜੇ ਕਿਤੇ ਦੇਖਿਆ ਹੋਏ ਕਿਤੇ, ਹੁਣ ਜਿਵੇਂ ਜਗਨਨਾਥ ਪੁਰੀ 'ਚ ਕਰਦੇ ਹੁੰਦੇ ਸੀ ਨਾ, ਉਹ ਮੂਰਤੀ ਉੱਤੇ ਟਿਕਾ ਲੈਂਦੇ ਸੀ, ਮੂਰਤੀ ਦਾ ਰੱਥ ਹੁੰਦਾ ਸੀ, ਰੱਥ ਦੇ ਅੱਗੇ ਹਜ਼ਾਰਾਂ ਲੋਕ ਲੱਗ ਜਾਂਦੇ ਸੀ ਰੱਸੇ ਬੰਨ੍ਹ ਕੇ, ਫਿਰ ਉਹ ਖਿੱਚਦੇ ਸੀ। ਉਹ ਸਮਝਦੇ ਸੀਗੇ ਕਿ ਇਹ ਬੜੀ ਵੱਡੀ ਸੇਵਾ ਹੈ, ਅਸੀਂ ਅੱਜ ਰੱਬ ਨੂੰ ਝੂਟੇ ਦੇ ਕੇ ਆਏ ਹਾਂ, ਅਸੀਂ ਰੱਬ ਨੂੰ ਝੂਟੇ ਦੇ ਦਿੱਤੇ ਨੇ, ਰੱਬ ਖੁਸ਼ ਹੋ ਗਿਆ ਹੋਣਾ, ਤੇ ਹੁਣ ਉਹ ਸਾਨੂੰ ਝੂਟੇ ਦੇਗਾ, ਸਾਨੂੰ ਖੁਸ਼ੀ ਦੇਗਾ ਉਸ ਰੂਪ ਦੇ ਵਿੱਚ। ਐਗਜ਼ੈਕਟਲੀ ਲੋਕ ਇਸੇ ਤਰੀਕੇ ਦੇ ਨਾਲ ਹੱਥਾਂ ਨਾਲ ਖਿੱਚਣ ਵਾਲੀਆਂ ਟਰਾਲੀਆਂ ਬਣਾ ਕੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਿਤ ਕਰਦੇ। ਲਓ ਜੀ ਅਸੀਂ ਮੂਰਤੀ ਪੂਜਾ ਡਿਫਰੈਂਟ ਵੇ ਦੇ ਨਾਲ। ਨੋ ਵੇ, ਸਿੱਖੀ ਆਸ਼ੇ 'ਚ ਕਿਹਾ ਗਿਆ ਕੋਈ ਮੂਰਤੀ ਪੂਜਾ ਨਹੀਂ ਹੈ। ਪ੍ਰਕਾਸ਼ ਸ਼ਬਦ ਦਾ ਹੋਏ ਤੇ ਉਸ ਸ਼ਬਦ ਦੇ ਇਹਤਰਾਮ ਦੇ ਵਿੱਚੋਂ ਜੀਵਨ ਸਿੱਖੋ। ਇਸ ਤਰੀਕੇ ਨਾਲ ਨਹੀਂ ਕਿ ਤੁਸੀਂ ਕਹੋ ਕਿ ਮਤਲਬ ਜਿਹੜਾ ਹੈਗਾ ਵੀ ਉਂਗਲੀ ਨੂੰ ਖੂਨ ਲਾ ਕੇ ਬੰਦਾ ਕਹੇ ਜੀ ਬਸ ਜੀ ਮੇਰਾ ਤੇ ਕੰਮ ਹੋ ਗਿਆ ਸਰੂਪ ਦੇ ਵਿੱਚ। ਨੋ ਵੇ, ਇਹ ਤੇ ਜੀਵਨ ਬਦਲਣ ਦੀ ਗੱਲ ਆ। ਗੁਰੂ ਨੂੰ ਸਮਰਪਿਤ ਹੋਣਾ, ਗੁਰੂ ਨੂੰ ਮੱਥਾ ਟੇਕਦੇ ਆ, ਇੱਥੇ ਸਿਰ ਲਿਆ ਕੇ ਰੱਖਦੇ ਹਾਂ, ਤੇ ਸਿਰ ਰੱਖਣ ਦਾ ਮਤਲਬ ਕੀ ਹੈ? ਪੂਰੀ ਜਿਹੜੀ ਕੂੜ ਦੀ ਮੱਤ ਆ ਗੁਰੂ ਅੱਗੇ ਸਮਰਪਿਤ ਕਰਕੇ ਗੁਰੂ ਤੋਂ ਸੱਚ ਦੀ ਮੱਤ ਲੈਣੀ ਹੈ। ਇਹ ਗੁਰੂ ਦੀ ਸੇਵਾ। ਬੰਦਾ ਇਹ ਨਾ ਕਰੇ ਤੇ ਬੰਦਾ ਹੋਰ ਹੋਰ ਰੂਪਾਂ ਦੇ ਵਿੱਚ ਆਪਣੇ ਆਪ ਨੂੰ ਲਾਏ, ਇਹ ਕਿਸੇ ਰੂਪ ਦੀ ਆਸਥਾ ਪੂਜਾ ਨਹੀਂ ਹੈਗੀ। ਸੋ ਅਕਾਲ ਮੂਰਤ, ਕਿਆ ਉਹਦੀ ਸ਼ਕਲੋ ਸੂਰਤ ਨਹੀਂ ਰੱਬ ਜੀ ਅਕਾਲ ਪੁਰਖ ਵਾਹਿਗੁਰੂ ਦੀ, ਇਸ ਰੂਪ ਵਿੱਚ ਬਾਤ ਕੀਤੀ। ਅਗਲਾ ਲਫ਼ਜ਼ ਆਉਂਦਾ ਹੈ ਅਜੂਨੀ। ਅਜੂਨੀ ਦੇਖੋ ਜੋ ਹੈ ਅਕਾਲ ਉਸ ਰੰਗ ਦੇ ਵਿੱਚ, ਉਹਦਾ ਫਿਰ ਜੰਮਣ ਮਰਨ ਕਿੱਥੋਂ ਹੋਏਗਾ? ਨਹੀਂ ਹੋਏਗਾ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਉਹ ਬਾਣੀ ਦੇ ਬਚਨ ਨੇ, ਬਾਣੀ ਕਹਿੰਦੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ। ਉਹ ਮੂੰਹ 'ਚ ਅੱਗ ਪਏ ਜਿਹੜਾ ਇਹ ਕਹਿੰਦਾ ਰੱਬ ਜੰਮਦਾ ਹੈ, ਰੱਬ ਧਰਤੀ ਤੇ ਆਮਦ ਲੈਂਦਾ ਇੱਕ ਖਾਸ ਰੂਪ ਦੇ ਵਿੱਚ, ਇਹਦੀ ਬਾਤ ਹੋ ਰਹੀ। ਸਾਹਿਬ ਮਹਾਰਾਜ ਨੇ ਕਹਿਣਾ ਹਕੀਕਤ ਇਹ ਹੈ ਉਹ ਜਨਮ ਮਰਨ ਤੇ ਰਹਿਤ ਨਾਰਾਇਣ, ਨਾ ਜੰਮਦਾ ਹੈ ਨਾ ਮਰਦਾ ਹੈ। ਸੋ ਇਸ ਰੂਪ ਵਿੱਚ ਉਹ ਕਾਲ ਤੋਂ ਜਿਹੜੀ ਹੈ ਉਹ ਪਰਹਰੀ ਹੈ, ਉਹ ਦੂਰ ਹੈ। ਸੋ ਇਸ ਰੂਪ ਵਿੱਚ ਉਹਦੀ ਬਾਤ ਕੀਤੀ ਗਈ। ਹੁਣ ਥੋੜਾ ਦੋ ਪਲ ਹੋਰ ਇਹਨੂੰ ਧਿਆਨ ਨਾਲ ਦੇਖਿਆ ਜੇ, ਹੈ ਵੀ ਸੱਤ, ਸਾਨੂੰ ਬਣਾਉਣ ਵਾਲਾ, ਬਣਾ ਕੇ ਸਾਡੇ ਵਿੱਚ ਬੈਠਾ, ਸਤਿਨਾਮ ਕਰਤਾ ਪੁਰਖ। ਵੱਡਾ ਗੁਣ ਇਹ ਹੈ ਕਿਸੇ ਨਾਲ ਵੈਰ ਨਹੀਂ ਕਰਦਾ, ਕਿਸੇ ਦੇ ਭੈ ਵਿੱਚ ਨਹੀਂ ਰਹਿੰਦਾ, ਕਿਉਂਕਿ ਆਪ ਹੀ ਆਪ ਹੈ, ਹੋਰ ਕੁਝ ਹੈ ਨਹੀਂਗਾ। ਫਿਰ ਉਹ ਮੂਰਤੀਮਾਨ ਹੈ, ਹੋਂਦ ਵਾਲਾ ਹੈ, ਕਾਲ ਤੋਂ ਬਹੁਤ ਉੱਪਰ ਹੈ, ਫਿਰ ਉਹ ਜੰਮਦਾ ਮਰਦਾ ਵੀ ਨਹੀਂ, ਜੂਨਾਂ ਵਿੱਚ ਨਹੀਂ ਆਉਂਦਾ। ਫਿਰ ਆਖਰਕਾਰ ਹੈ ਤੇ ਹੈ ਕਿਵੇਂ ਆ? ਇਹ ਸਾਰੇ ਨੂੰ ਵੇਖ ਕੇ ਬੰਦਾ ਕਹਿੰਦਾ ਵੀ ਅਲਟੀਮੇਟਲੀ ਉਹਦੀ ਹੋਂਦ ਹੈ, ਤੇ ਹੋਂਦ ਕਿਵੇਂ ਹੈ? ਫਿਰ ਅੱਗੇ ਲਫ਼ਜ਼ ਲਿਖਿਆ ਹੈ ਸੈਭੰਗ। ਇਹ ਸੈਭੰਗ ਦੇ ਮਾਇਨੇ ਧਿਆਨ ਨਾਲ ਇਹਨੂੰ ਦੇਖਣਾ। ਛੋਟਾ ਜਿਹਾ ਕਰਾਂਗ ਪੰਜਾਬੀ ਜ਼ਬਾਨ ਵਿੱਚੋਂ ਵੀ ਥੋੜਾ ਜਿਹਾ ਕਹਿ ਦਿਆਂ, ਭਾਸ਼ਾ ਬਾਬਤ ਵੀ ਸਾਨੂੰ ਥੋੜੀ ਜਿਹੀ ਅਵੇਅਰਨੈਸ ਸ਼ਾਇਦ ਹੋਏ ਇਹਦੇ ਬਾਰੇ। ਪੰਜਾਬੀ ਜ਼ਬਾਨ ਦੇ ਕੁਝ ਖਾਸੇ ਨੇ, ਮੇਨ ਇਹਦੀ ਕੁਝ ਖਾਸ ਕਿਸਮ ਦੇ ਨਾਲ ਇਹਦੀ ਜਿਹੜੀ ਸਾਡੀ ਪ੍ਰੋਨਾਊਂਸੀਏਸ਼ਨ ਹੈਗੀ ਉਹਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਜਿਵੇਂ ਪੰਜਾਬੀ ਜ਼ਬਾਨ ਦੇ 35 ਅੱਖਰਾਂ ਦੇ ਵਿੱਚ ਜਿਹੜਾ ਹਰ ਇੱਕ ਲਾਈਨ ਦੇ 'ਚ ਚੌਥਾ ਅੱਖਰ ਹੁੰਦਾ, ਜਿਵੇਂ ਤੁਸੀਂ ਅੰਦਾਜ਼ਾ ਲਾਓ, ਪਹਿਲੇ ਵਾਵਲ ਨੂੰ ਛੱਡ ਦਿਓ, ਊੜਾ ਐੜਾ ਈੜੀ, ਇਹ ਵਾਵਲ ਛੱਡ ਦਿਓ ਸਾਰੇ, ਜਿਹੜਾ ਉਸ ਤੋਂ ਬਾਅਦ ਵਾਲੇ ਕੱਕਾ ਖੱਖਾ ਗੱਗਾ ਘੱਗਾ, ਘੱਗਾ ਚੌਥਾ ਬਣ ਗਿਆ। ਘੱਗੇ ਦੇ ਉੱਤੇ ਕੱਕੇ ਦਾ ਰੰਗ ਜਾਏਗਾ। ਤੁਸੀਂ ਜਿਵੇਂ ਘੱਗਾ ਰਾਰਾ ਕੀ ਕਹਿੰਦੇ ਹੋ? ਘਰ। ਨਾ ਉਹ ਘੱਗਾ ਲੱਗਦਾ ਹੈ ਨਾ ਉਹ ਕੱਕਾ ਲੱਗਦਾ ਹੈ, ਦਰਮਿਆਨਾ ਸਾਊਂਡ ਲੱਗਦਾ ਹੈ। ਕਿਉਂ? ਕਿਉਂਕਿ ਘੱਗਾ ਜਿਹੜਾ ਹੈਗਾ ਕੱਕੇ ਦਾ ਰੰਗ ਲੈ ਰਿਹਾ ਹੈ। ਜੇ ਤੁਸੀਂ ਕਹੋਗੇ ਘਰ ਤੇ ਡੈਫੀਨਿਟਲੀ ਸਾਹਮਣੇ ਸੁਣਨ ਵਾਲਾ ਕਹੇਗਾ ਇਸ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ, ਇਹਦੀ ਜ਼ਬਾਨ ਪੰਜਾਬੀ ਵਿੱਚ ਪਰਪੱਕ ਨਹੀਂ ਹੈਗੀ। ਐਗਜ਼ੈਕਟਲੀ ਇਨ ਬਿਨ ਤੁਸੀਂ ਦੇਖੋ, ਮਤਲਬ ਇਸੇ ਰੂਪ ਦੇ ਵਿੱਚ, ਇਸੇ ਤਰੀਕੇ ਦੇ ਨਾਲ ਅਗਲੀ ਲਾਈਨ ਤੁਸੀਂ ਆ ਜਾਓ, ਜਿਹੜਾ ਹੈਗਾ ਚੱਚਾ ਛੱਛਾ ਜੱਜਾ ਝੱਜਾ। ਹੁਣ ਜਿਹੜਾ ਝੱਜਾ ਹੈਗਾ, ਜੇ ਉਹਦੀ ਥਾਂ ਤੇ ਝੰਡਾ ਕਹਿਣਾ, ਹੁਣ ਝੰਡਾ ਕਵਾਂਗੇ, ਰਾਈਟ ਵੇ ਕਿਹਾ ਜਾਏਗਾ ਦੈਟ ਪਰਸਨ ਇਜ਼ ਨੋਟ ਫੈਮਿਲੀਅਰ ਵਿਦ ਪੰਜਾਬੀ ਲੈਟਰਸ। ਇਸ ਕਰਕੇ ਇਸ ਰੂਪ ਦੇ ਵਿੱਚ ਜਾ ਰਿਹਾ। ਪਰ ਹੁਣ ਜਦੋਂ ਇਹਨਾਂ ਨੂੰ ਲਫ਼ਜ਼ਾਂ ਵਿੱਚ ਦੇਖਦੇ ਹੋ ਤੁਸੀਂ, ਲਫ਼ਜ਼ਾਂ ਦੇ ਵਿੱਚ ਇਹਦਾ ਰੂਪ ਬਦਲਦਾ। ਜਿਵੇਂ ਸਪੋਜ਼ ਕਰੋ ਮੈਂ ਅਜੇ ਹੁਣੇ ਕੱਕੇ ਵਾਲੀ ਪੰਕਤੀ 'ਚ ਘੱਗਾ ਕਿਹਾ ਤੇ ਘੱਗੇ ਦੇ ਨਾਲ ਕਿਹਾ ਘਰ। ਜੇ ਹੁਣ ਆਪਾਂ ਘਰ ਦੀ ਜਗ੍ਹਾ ਤੇ ਕੋਈ ਹੋਰ ਵਰਡ ਯੂਜ਼ ਕਰਦੇ ਹਾਂ, ਅਸੀਂ ਯੂਜ਼ ਕਰਦੇ ਹਾਂ ਵਰਡ ਘੱਗਰ। ਦਰਿਆ ਦਾ ਨਾਂ ਹੈ ਨਾ,
ਪਹਿਲਾ ਘੱਗਾ ਜਿਹੜਾ ਉਹਦੇ ਤੇ ਕੱਕੇ ਦਾ ਰੰਗ ਜਾ ਰਿਹਾ ਹੈ, ਜਿਹੜਾ ਦੂਸਰਾ ਘੱਗਾ ਆ ਉਹ ਬਿਲਕੁਲ ਘੱਗੇ ਦੇ ਸਾਊਂਡ 'ਚ ਜਾ ਰਿਹਾ ਹੈ। ਜਦੋਂ ਫਸਟ ਤੋਂ ਸੈਕਿੰਡ ਰਨ ਦੇ ਵਿੱਚ ਆਏਗਾ ਉਸ ਵਕਤ ਜਿਹੜਾ ਚੌਥਾ ਅੱਖਰ ਹੈਗਾ ਪੰਜਾਬੀ 35 ਅੱਖਰੀ ਦਾ ਉਹ ਆਪਣੇ ਮੂਲ ਰੰਗ 'ਚ ਚਲਾ ਜਾਏਗਾ। ਹੁਣ ਜਦੋਂ ਅਸੀਂ ਇੱਥੇ ਦੇਖਦੇ ਹਾਂ, ਹੁਣ ਭੱਬਾ ਰਾਰਾ ਮੰਮਾ ਭਰਮ ਪੜੋਗੇ ਤੁਸੀਂ, ਨਾ ਉਹ ਭ ਹੈ ਨਾ ਉਹ ਪ ਹੈ, ਦੋਵਾਂ ਦੇ ਵਿਚਕਾਰਲਾ ਹੈ, ਪੱਪੇ ਦਾ ਰੰਗ ਜਾ ਰਿਹਾ ਹੈ। ਪਰ ਜਦੋਂ ਤੁਸੀਂ ਇਸ ਨੂੰ ਜਿਹੜਾ ਹੈ ਸੈਕਿੰਡ ਜਾਂ ਥਰਡ ਲੈਟਰ ਤੇ ਜਾਂ ਲਾਸਟ ਜਾਂ ਸੈਕਿੰਡ ਲੈਟਰ ਦੇ ਰੂਪ ਵਿੱਚ ਦੇਖੋਗੇ, ਫਿਰ ਉਹ ਪੱਪੇ ਵਾਲੇ ਰੰਗ ਨੂੰ ਨਹੀਂ ਲਏਗਾ, ਫਿਰ ਆਪਣੇ ਮੌਲਿਕ ਰੰਗ 'ਚ ਆ ਜਾਏਗਾ। ਜਿਵੇਂ ਤੁਸੀਂ ਇਹਨੂੰ ਸਹਿ ਭੰਗ ਨਹੀਂ ਪੜੋਗੇ, ਤੁਸੀਂ ਇਹਨੂੰ ਕੀ ਪੜੋਗੇ? ਸਹਿ ਭੰਗ, ਭਾ 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 ਭਾ। ਸੋ ਇਸ ਰੂਪ ਦੇ ਯੂ ਹੈਵ ਟੂ ਪ੍ਰੋਨਾਉਂਸ ਪ੍ਰੋਪਰਲੀ। ਇਹ ਹੈ, ਇਸੇ ਲਈ ਜਦੋਂ ਅਸੀਂ ਬਾਣੀ ਦਾ ਪਾਠ ਕਰਦੇ ਆ ਨਾ, ਬਾਣੀ ਦੇ ਪਾਠ ਦੇ ਵਿੱਚ ਮਤਲਬ ਕੁਝ ਕੁ ਚੀਜ਼ਾਂ ਨੇ ਜਿਨ੍ਹਾਂ ਦੇ ਪ੍ਰਤੀ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ। ਨੰਬਰ 1, ਜਿਹੜਾ ਉਚਾਰਨ ਹੈਗਾ ਉਹ ਪ੍ਰੋਪਰਲੀ ਹੋਏ। ਜਿਹੜਾ ਰਸ ਨਹੀਂ ਨਾ ਬਣਦਾ ਉਹਦਾ ਰੀਜ਼ਨ ਇਹ ਹੈਗਾ ਬਿਕੋਜ਼ ਵੀ ਡੋਂਟ ਨੋ ਹਾਊ ਟੂ ਪ੍ਰੋਨਾਉਂਸ ਪ੍ਰੋਪਰਲੀ। ਵਨਸ ਵੀ ਨੋ ਪ੍ਰੋਪਰਲੀ ਦੈਨ ਉਹ ਜਿਹੜੀ ਪ੍ਰੋਨਾਉਂਸੀਏਸ਼ਨ ਹੈਗੀ ਏ ਉਹ ਇੱਕ ਰਿਦਮ ਬਿਲਡ ਕਰੇਗੀ। ਉਸ ਰਿਦਮ ਦੇ ਵਿੱਚ ਫਿਰ ਤੁਹਾਨੂੰ ਉਹ ਜਿਹੜੇ ਲੈਟਰਸ ਨੇ ਉਹ ਜਿੰਨੇ ਜਦ ਵੱਧ ਫੈਮਿਲੀਅਰ ਹੋਣਗੇ, ਜਿੰਨੇ ਆਸਾਨ ਹੁੰਦੇ ਜਾਣਗੇ, ਰੈਪੀਟੀਸ਼ਨ ਦੇ ਵਿੱਚ ਜਾਂਦਿਆਂ ਫਿਰ ਹੋਏਗਾ ਕਿ ਤੁਹਾਡੀ ਇੱਕ ਰਿਦਮ ਬਣਨੀ ਸ਼ੁਰੂ ਹੋਏਗੀ। ਦੈਨ ਤੁਹਾਡੀ ਪਾਠ ਕਰਨਾ ਸਭ ਤੋਂ ਬੈਸਟ ਮੈਡੀਟੇਸ਼ਨ ਹੋਏਗਾ ਤੁਹਾਡਾ। ਤੁਹਾਨੂੰ ਲੱਗੇਗਾ ਕਿਆ ਕਮਾਲ ਹੈ, ਪਾਠ ਕਾਹਦਾ? ਸੰਗੀਤ, ਰਿਦਮ ਹੈ ਨਾ, ਨਾਦ ਵੱਜ ਰਿਹਾ, ਖੜਕਾਟ ਹੋ ਰਿਹਾ ਇਸ ਰੂਪ ਦੇ ਵਿੱਚ। ਇਹ ਜਿਹੜੀ ਚੀਜ਼ ਆ ਇਹ ਮਿਸਿੰਗ ਹੋਣ ਕਰਕੇ ਲੋਕੀ ਕਹਿੰਦੇ ਆ ਪਾਠ ਕਰਨਾ ਤੇ ਬੜਾ ਬੋਰਿੰਗ ਆ, ਕਮਾਲ ਆ। ਕੁਝ ਲੋਕੀ ਕਹਿੰਦੇ ਬੋਰਿੰਗ ਆ, ਐਗਜ਼ੈਕਟਲੀ ਰਾਈਟ। ਆਈ ਵਾਸ ਆਲਸੋ ਐਕਚੁਅਲੀ ਇਨ ਦ ਸੇਮ ਸਕੂਲ ਵੈਨ ਆਈ ਵਾਸ ਯੰਗ। ਆਈ ਵਾਸ ਥਿੰਕਿੰਗ ਓ ਮਾਈ ਗॉश ਮਮ ਡੂ ਆਈ ਹੈਵ ਟੂ ਡੂ ਅਗੇਨ? ਸੀ ਯੈਸ, ਓ ਮਾਈ ਗॉड ਇਟਸ ਸੋ ਬੋਰਿੰਗ। नो आफ्टरवर्ड I got it. No, yes, that is very interesting thing. So in that sense if we get it, okay, let's go with actually further। ਉਹਦੇ ਚ ਹੋਇਆ ਇਹ ਕਿ ਜਿਹੜਾ ਉਸ ਰੂਪ ਵਿੱਚ ਆਇਆ ਕਿ ਇਹਦੇ ਚ ਪਹਿਲੇ ਲੈਵਲ ਤੇ ਪ੍ਰੋਨਾਉਂਸੀਏਸ਼ਨ ਪ੍ਰੋਪਰ ਆ ਜਾਏ, ਦੂਸਰੇ ਲੈਵਲ ਤੇ ਰਿਦਮ ਆ ਜਾਏ, ਐਂਡ ਔਨ ਥਰਡ ਲੈਵਲ if you are able to understand, at least you have sense what this Bani is telling you, then definitely that is a spiritual discourse. No one actually can give you any other thing like what you have from Guru Nanak Sahib or from your Guru Sahib. There is no replacement. One of the best spiritual exercise, spiritual actually discourse. खैर इत्थे जिहड़े बात आई सस्सा, सस्से ਨੂੰ ਦੁਲਾਵਾਂ, ਸੈ ਸੇ ਨਹੀਂ ਸੈ, ਫਿਰ ਪੱਬਾ ਤੇ ਪੱਬੇ ਦੇ ਉੱਤੇ ਜਿਹੜਾ ਹੈਗਾ ਟਿੱਪੀ। ਜਦੋਂ ਟਿੱਪੀ ਵੀ ਬੜੀ ਟਿਪੀਕਲ ਹੈਗੀ ਹੈ। ਜਦੋਂ ਕਿਤੇ ਇਹ ਖਾਸ ਕਰਕੇ ਦਰਮਿਆਨ ਆਉਂਦੀ ਹੈ ਉਦੋਂ ਇਹਦਾ ਹੋਰ ਉਚਾਰਨ ਹੁੰਦਾ, ਜਦੋਂ ਲਾਸਟ ਤੇ ਜਾਂਦੀ ਹੈ ਤਾਂ ਹੋਰ ਉਚਾਰਨ ਹੋ ਜਾਂਦਾ। ਸੋ ਯੂ ਹੈਵ ਟੂ ਅੰਡਰਸਟੈਂਡ ਦੈਟ ਟੂ। ਇਸੇ ਕਰਕੇ ਥੋੜੀ ਜਿਹੀ ਲੈਂਗੁਇਸਟਿਕ ਐਬਿਲਿਟੀ ਸਾਡੇ ਅੰਦਰ ਹੋਣੀ ਬਹੁਤ ਜ਼ਰੂਰੀ ਹੈ। ਕਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ ਸੈ ਭੰਗ, ਇਹਦੇ ਮਾਇਨੇ ਕੀ ਨੇ? ਅਕਾਲ ਪੁਰਖ ਵਾਹਿਗੁਰੂ ਹੋਂਦ ਵਾਲਾ ਸੱਚ ਆ, ਇੰਨੇ ਗੁਣਾਂ ਦਾ ਮਾਲਕ ਆ, ਬਟ ਹੈ ਕਿਵੇਂ ਹੈ? ਆਖਰਕਾਰ ਕਿਉਂਕਿ ਅੱਜ ਬਿਗ ਬੈਂਗ ਦੀ ਥਿਓਰੀ ਅੰਡਰਸਟੈਂਡ ਕਰ ਰਹੇ ਨੇ, ਅੱਛਾ ਬਣਿਆ ਕਿਵੇਂ ਹੋਏਗਾ ਸਾਰੇ ਦਾ ਸਾਰਾ ਆ ਕਾਸਮਿਕ ਆ ਗਲੋਬ ਆ ਕ੍ਰੀਏਸ਼ਨ ਸਾਰਾ ਕੁਝ, ਪਰ ਹਾਊ ਅਬਾਊਟ ਕ੍ਰੀਏਟਰ? ਉਹ ਕਿਵੇਂ ਬਣਿਆ ਹੋਏਗਾ? ਕ੍ਰੀਏਸ਼ਨ ਬਾਰੇ ਤਾਂ ਚਲੋ ਫਿਰ ਵੀ ਥੋੜੀ ਬਹੁਤੀ ਅੰਡਰਸਟੈਂਡਿੰਗ ਹੋਏਗੀ ਨਾ। ਕੁਝ ਜਿਹੜਾ ਹੈਗਾ ਨਿਊਟਨ ਨੇ ਦੇਤਾ ਫਾਰਮੂਲਾ, ਕੁਝ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਾਰਵਿਨ ਵਾਲੇ ਪਾਸਿਓਂ ਆ ਗਿਆ, ਕੁਝ ਜਿਹੜਾ ਆ ਗਿਆ ਸਾਡੇ ਕੋਲ ਖਾਸ ਤੌਰ ਤੇ ਜਿਹੜਾ ਹੈਗਾ ਆਇਨਸਟਾਈਨ ਦੇ ਕੋਲੋਂ, ਰੀਸੈਂਟਲੀ ਕੁਝ ਸਟੀਫਨ ਹਾਕਿੰਗ ਨੇ ਸਮਝਾਤਾ ਸਾਨੂੰ ਗੋਡਲੀ ਪਾਰਟੀਕਲਸ ਦੇ ਰੂਪ ਦੇ ਵਿੱਚ। ਬਟ ਹਾਊ ਅਬਾਊਟ ਦੈਟ ਗॉड, ਅਕਾਲ ਪੁਰਖ ਵਾਹਿਗੁਰੂ, ਉਹਦੇ ਬਾਰੇ ਕੀ ਕਿਹਾ ਜਾਏ? ਬਾਬਾ ਨਾਨਕ ਜੀ ਉਹਨੂੰ ਪੁੱਛੀਏ, ਉਹ ਕਹਿੰਦੇ ਸੈ ਭੰਗ ਮੀਨ ਇਹ ਗਾਥਾ ਜਾਂ ਖਾਸ ਕਰਕੇ ਸੰਸਕ੍ਰਿਤ ਵਿੱਚੋਂ ਆਇਆ ਹੋਇਆ ਵਰਡ ਹੈਗਾ, ਜਿਹੜਾ ਰੂਟ ਵਰਡ ਬਣਦਾ ਹੈ ਸਵਯੰਭੂ। ਉਹਦਾ ਇਹ ਤਦਭਵ ਰੂਪ ਹੈ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਸੈ ਭੰਗ, ਜਿਹਦਾ ਮਤਲਬ ਬਣਿਆ ਜਿਹੜਾ ਸਵਯੰਭੂ ਸੁਤੇ ਸਿੱਧ ਪ੍ਰਕਾਸ਼ਮਾਨ, ਸੈਲਫ ਇਲੂਮੀਨੇਟਿਡ, ਆਪਣੇ ਆਪ ਤੋਂ ਆਪ ਬਣਿਆ, ਜਿਹਨੂੰ ਕਿਸੇ ਨੇ ਨਹੀਂ ਬਣਾਇਆ, ਸੈਲਫ ਕ੍ਰੀਏਟਿਡ। ਜਿਵੇਂ ਸੈਲਫ ਇਲੂਮੀਨੇਟਿਡ ਵਰਡ ਯੂਜ਼ ਕੀਤਾ ਉਹ ਇਸ ਕਰਕੇ ਯੂਜ਼ ਕੀਤਾ ਕਿਉਂਕਿ ਉਹਦੀ ਕ੍ਰੀਏਸ਼ਨ ਜਿਹੜੀ ਹੈਗੀ ਉਹ ਤੇ ਅਸੀਂ ਸਾਰੀ ਮਾਣ ਰਹੇ ਹੈਗੇ ਆ। ਬਾਕੀ ਇਹ ਬਾਣੀ ਹੈਗੀ ਹੈ, ਬਾਣੀ ਨੂੰ ਤੁਸੀਂ ਡੀਪ ਲੈਵਲ ਤੇ ਅੰਡਰਸਟੈਂਡ ਕਰੋਗੇ, ਤੁਹਾਡਾ ਜਿਹੜਾ
रब वाला, भगवान वाला, गॉड वाला, वो बुखार है, वो सारा लै जाएगा। बिकॉज गुरबाणी इज टेलिंग अस वी आर नॉट हेयर टू सी अकाल पुरख वाहिगुरु और टू हैव अकाल पुरख वाहिगुरु। नो 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 नो, आवर पर्पज ऑफ लाइफ इज टोटली डिफरेंट। बाकी जे कोई एफर्ट भी पाए कि नहीं नहीं मैं तो रब वेखना ही वेखना है जी, मैनू तो रब विखाओ, वो तो बिना आप अपनी तो गल नहीं बन सकती। भाई गुरदास जी कहते इट्स नॉट पॉसीबल। हालांकि बाणी भी कह रही ना, अखी बाजों वेखना, यू कैन नॉट सी विद दीज आईज, नो नो, दैट इज इन दैट सेंस ਉਹਦੀ ਗੱਲ ਕੀਤੀ कि ओमनी विजन है, ओमनी प्रेजेंट इस रूप ਦੇ ਵਿੱਚ। बट जे किसी स्पैसीफिक फॉर्म शेप, किसी स्पैसीफिक तुसी ਜਿਹੜੇ ਹੈਗੀ ਏ ਉਹਨੂੰ ਸ਼ਕਲੋ ਸੂਰਤ ਵਿੱਚ ਲੱਭੋ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਸਮਾਂ ਬਣਿਆ ਵਿਆਖਿਆ ਕਰਾਂਗੇ ਉਹਦੀ ਪੂਰੀ, ਬਟ ਲੈਟ ਮੀ ਐਕਚੁਅਲੀ ਜਸਟ ਰਿਸਾਈਟ दैट पर्टिकुलर ਬਾਣੀ ਫਰਮ ਭਾਈ ਗੁਰਦਾਸ ਜੀ। ਸੇ ਦੇ ਸਿੰਘ ਓੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ, पंच तत्त परवान कर घट घट अंतर त्रिभवन सारा, कादर किने ना लखिया। There are two words coming from Persian origin. One is Qadir, second is Kudrat. Kudrat mean mother nature and Qadir mean who has created this mother nature. So Bhai Gurdas ji कहते you can enjoy mother nature, ਤੁਸੀਂ ਕੁਦਰਤ ਨੂੰ ਮਾਣ ਸਕਦੇ ਹੋ, ਕੁਦਰਤ 'ਚ ਰਹਿ ਸਕਦੇ ਹੋ ਸਭ ਉਸ ਰੂਪ ਦੇ ਵਿੱਚ। But if you want to see that particular personality or that particular power who has created it, then unfortunately ਇਹ ਤੇਰੇ ਵਾਸਤੇ ਖੇਡ ਨਹੀਂ ਹੈਗੀ। ਬਚਨ ਸੁਣੋ, ਕਹਿੰਦੇ ਓੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ, ਪੰਜ ਤਤ ਪ੍ਰਵਾਨ ਕਰ ਘਟ ਘਟ ਅੰਤਰ ਤ੍ਰਿਭਵਨ ਸਾਰਾ, ਕਾਦਰ ਕਿਨੇ ਨਾ ਲਖਿਆ ਕੁਦਰਤ ਧਾਰ ਕੀਆ ਅਵਤਾਰਾ। ਜੋ ਕੁਝ ਵੀ ਅਸੀਂ ਵੇਖ ਰਹੇ ਹਾਂ ਇਹ ਉਹਦੀ ਕੁਦਰਤ ਹੈ, ਕਾਦਰ ਨਹੀਂ ਹੈਗਾ। ਕਾਦਰ ਸਾਡੀ ਜਿਹੜੀ ਇਮੈਜੀਨੇਸ਼ਨ ਤੋਂ ਵੀ ਬਿਯੋਂਡ ਆ, ਇਹ ਲੈ ਕੇ ਚੱਲੋ। ਇੱਥੇ ਜਾ ਕੇ ਬੰਦੇ ਦੀ ਜਿਹੜੀ ਬੌਧਿਕ, ਕਿਉਂਕਿ ਹਰ ਚੀਜ਼ ਅਸੀਂ ਇੰਟੈਲੈਕਚੁਅਲ ਸਾਈਡ ਤੋਂ ਅੰਡਰਸਟੈਂਡ ਕਰਦੇ ਹਾਂ, ਇੰਟੈਲੈਕਟ ਹੀ ਸਾਡਾ ਕੰਮ ਕਰਦਾ ਹਰ ਰੂਪ ਦੇ ਵਿੱਚ। ਬਟ ਜਿਹੜੀ ਇੰਟੈਲੈਕਟ ਦੀ ਐਬਿਲਿਟੀ ਹੈ ਨਾ, ਉਹ ਬਹੁਤ ਸੀਮਤ ਆ, ਬਹੁਤ ਸੀਮਤ ਆ। ਤੇ ਸਾਇੰਟੀਫਿਕ ਵਰਲਡ ਤੇ ਇਹਦੇ ਬਾਰੇ ਬੜਾ ਓਨੈਸਟ ਹੋ ਗਿਆ ਅੱਜ ਸਿੱਧੇ ਰੂਪ ਦੇ ਵਿੱਚ। ਮੈਂ ਮੈਂਟਲ ਹੈਲਥ ਸਟੱਡੀ ਕਰ ਰਿਹਾ ਪਿਛਲੇ 8-10 ਸਾਲਾਂ ਤੋਂ, ਐਂਡ ਦੇ ਆਰ ਵੈਰੀ ਕਲੀਅਰ ਇਨ ਦੈਟ। ਦੇ ਆਰ nowadays they are giving totally crystal clear definition. They are two specific things which are creating our cognition, ਜਿਹੜੀ ਸਾਡੀ cognition ability ਹੈਗੀ ਹੈ। These two things are brain and mind. Brain we can study, we can talk, we can actually do all that. Mind we can talk about it, but we cannot explain properly, we cannot understand properly, and even we cannot imagine ਉਹ ਸਾਡੇ ਨਾਲ ਕਿੱਥੇ ਰਹਿ ਰਿਹਾ ਹੈਗਾ। ਇਹ ਇੱਥੇ ਹੈ, ਇੱਥੇ ਹੈ, ਸਾਰੇ 'ਚ ਆ, ਕਿੱਥੇ ਆ, ਇਹ ਮਾਈਂਡ ਆ, ਮਨ ਹੈਗਾ, ਵਿਜ਼ੀਬਲ ਹੋ ਕੇ ਇਨਵਿਜ਼ੀਬਲ ਆ। We all have all the time and working 24 hours. ਇੰਨਾ ਤੇ ਸਾਡਾ ਸਰੀਰ ਵੀ ਨਹੀਂ ਕੰਮ ਕਰਦਾ ਜਿੰਨਾ ਮਨ ਕੰਮ ਕਰਦਾ। ਤੁਸੀਂ ਤੇ ਇੱਥੇ ਬੈਠੇ ਹੋ ਤੇ ਪਤਾ ਨਹੀਂ ਘਰ ਵੀ ਜਾ ਕੇ ਆਇਆ ਹੋਣਾ, ਕੰਮ ਤੇ ਵੀ ਜਾ ਕੇ ਆਇਆ ਹੋਣਾ, ਹੋਰ ਵੀ ਕਿਤੇ ਕਿੰਨਾ ਕੰਮ ਕੀਤਾ ਹੋਣਾ ਉਹਨੇ, you know, and body is all just sitting here, ਇੰਨਾ ਜ਼ਿਆਦਾ, but still we are not able to actually see. So ਇਮੈਜਿਨ ਕਰੋ ਜੇ ਅਸੀਂ ਇੰਨੀ ਐਬਿਲਿਟੀ ਨਹੀਂ ਅੰਡਰਸਟੈਂਡ ਕਰ ਪਾ ਰਹੇ ਆਪਣੀ, ਦੈਨ ਜਿਹੜਾ ਇਹ ਸਾਰੇ ਦਾ ਸਾਰਾ ਕੋਜ਼ਮੋ ਬਿਲਡ ਹੋਇਆ, ਸਾਰੇ ਦਾ ਸਾਰਾ, ਇਹਦੇ ਪਿੱਛੇ ਕਿਹੜੀ ਹਸਤੀ ਤੇ ਕਿਹੜੀ ਸ਼ਕਤੀ ਹੈ? ਹਾਊ ਕੈਨ ਵੀ ਅੰਡਰਸਟੈਂਡ, ਹਾਊ ਕੈਨ ਵੀ ਐਕਸਪਲੇਨ? ਬਾਬਾ ਨਾਨਕ ਜੀ ਸਿੰਘ ਸਹਿ ਭੰਗ ਸਵਯੰਭੂ ਸੁਤੇ ਸਿੱਧ ਪ੍ਰਕਾਸ਼ਿਤ, ਸੈਲਫ ਇਲੂਮੀਨੇਟਿਡ। ਕੋਈ ਵੀ ਇਲੂਮੀਨੇਸ਼ਨ ਹੁੰਦੀ ਨਾ, ਅਬ ਇਲੂਮੀਨੇਟ ਹੋ ਰਹੀ ਹੈ ਬੱਤੀ ਸਾਡੇ ਸਾਹਮਣੇ, ਇਹਦੇ ਪਿੱਛੇ ਤਾਰ ਆ ਰਹੀ ਹੈ, ਤਾਰ ਖਿੱਚ ਦਿਓ, ਡਨ, ਇਹ ਨਹੀਂ ਜਗੇਗੀ। ਜੇ ਤਾਰ ਨਾ ਵੀ ਖਿੱਚੋਗੇ ਤੇ ਪਿੱਛੇ ਬਿਜਲੀ ਦਾ ਕਨੈਕਸ਼ਨ ਹੋਰ ਆ ਰਿਹਾ ਗ੍ਰਿਡ ਤੋਂ, ਉਹਦੇ ਵਾਸਤੇ ਪੈਸੇ ਪੇ ਕਰੋਗੇ। ਜਿੱਥੇ ਪੈਸੇ ਪੇ ਕਰਾਂਗੇ ਉੱਥੇ ਜਨਰੇਟਰ ਚੱਲ ਰਹੇ ਨੇ, ਇਲੈਕਟ੍ਰੀਸਿਟੀ ਜਨਰੇਟ ਹੋ ਰਹੀ ਹੈ,
ਉਹਦੇ 'ਚ ਕੋਲ ਬਲ ਰਿਹਾ ਸਾਰਾ ਕੁਝ ਇਸ ਰੂਪ ਦੇ ਵਿੱਚ, ਫਿਰ ਉਹ ਸਾਰਾ ਕੁਝ ਆ ਕੇ ਤੇ ਆ ਸਾਨੂੰ ਐਲੀਮੀਨੇਟ ਕਰ ਰਿਹਾ ਹੈਗਾ। ਐਗਜ਼ੈਕਟਲੀ ਸਾਰਾ ਸੰਸਾਰ ਇਸੇ ਰੂਪ ਵਿੱਚ ਚੱਲ ਰਿਹਾ ਹੈਗਾ, ਪਰ ਜਿਹੜੀ ਇੱਕੋ ਹਸਤੀ ਹੈ ਜਿਹੜੀ ਸਾਰੇ ਕਾਸੇ ਨੂੰ ਬਣਾ ਤੇ ਚਲਾ ਰਹੀ ਹੈ, ਉਹ ਸੈਲਫ ਐਲੀਮੀਨੇਟਿਡ ਹੈਗੀ ਹੈ। ਉਹਨੂੰ ਕੋਈ ਬਣਾ ਨਹੀਂ ਰਿਹਾ, ਉਹਨੂੰ ਕਿਸੇ ਨੇ ਜੰਮਿਆ ਨਹੀਂ, ਉਹਨੇ ਮਰਨਾ ਨਹੀਂ, ਉਹਨੇ ਪੈਦਾ ਨਹੀਂ ਹੋਣਾ, ਇਸ ਰੂਪ ਦੇ ਵਿੱਚ ਆ। ਇੱਥੇ ਜਾ ਕੇ ਫਿਰ ਬੰਦੇ 'ਚ ਇੱਕ ਬਲੀਫ ਸਿਸਟਮ ਸਟਰੋਂਗ ਲੈਵਲ ਤੇ ਕ੍ਰੀਏਟ ਹੋਣਾ ਸ਼ੁਰੂ ਹੁੰਦਾ ਹੈਗਾ। ਸਪਿਰਿਚੁਅਲ ਜਰਨੀ ਦਾ ਇਹ ਬੇਸ ਆ, ਇਸੇ ਕਰਕੇ ਮੂਲ ਕਿਹਾ ਜਾਂਦਾ ਹੈ ਇਹਨੂੰ। ਸੈਭੰਗ, ਲਾਸਟ 2 ਵਰਡ ਨੇ ਗੁਰ ਪ੍ਰਸਾਦ, ਐਂਡ ਮੂਲ ਮੰਤਰ ਗॉड ਕੰਪਲੀਟਡ। ਮਹਾਰਾਜ ਜੀ ਨੂੰ ਪੁੱਛੀ ਵੀ ਬਾਬਾ ਜੀ ਠੀਕ ਆ, ਅਕਾਲ ਪੁਰਖ ਵਾਹਿਗੁਰੂ ਇੱਕ ਓਂਕਾਰ ਤੋਂ ਸ਼ੁਰੂ ਹੋਇਆ, ਸੈਭੰਗ ਤੱਕ ਉਹਦੀ ਅੰਡਰਸਟੈਂਡਿੰਗ ਤੁਸੀਂ ਦਿੱਤੀ ਸਾਨੂੰ, but how can we make any connection with that ultimate power, ultimate reality? Then Guru Baba Ji giving us message, Gur Prasad. ਗੁਰ ਦਾ ਰਾਰਾ ਮੁਕਤਾ ਹੈ, ਉਹ ਥੱਲੇ ਕੋਈ ਔਂਕੜ ਨਹੀਂ ਲੱਗੀ। ਉਹਦਾ ਕਾਰਨ ਹੈ ਉਹਦੇ ਅੱਗੇ ਪ੍ਰੈਪੋਜੀਸ਼ਨ ਆ ਰਹੀ ਹੈ, ਜਿਵੇਂ ਮੈंने ਕੀਤੀ ਨਾ, ਜਿਵੇਂ ਅਲਜਬਰਾ ਹੁੰਦਾ, ਦਾ ਦੇ ਦੀ ਕਾ ਕੇ ਕੀ, ਆਫ ਵਿਦ ਇਨ, all those propositions. Here specific proposition is off, ਜਿਹਨੂੰ ਸੀ ਦੀ ਜਾਂ ਦਾ ਕਹਿੰਦੇ ਆ। ਗੁਰੂ ਦੀ ਪ੍ਰਸਾਦ ਦੇ ਪ੍ਰਸਾਦ ਦੇ ਨੂੰ ਪਈਏ ਸਿਹਾਰੀ, ਜਿਹੜੀ ਫਿਰ ਅਰਥ ਕਰਦੇ ਬਣੇਗੀ, ਜਿਹੜੀ ਹੈਗੀ ਉਹ ਪ੍ਰੈਪੋਜੀਸ਼ਨ ਦੁਆਰਾ। ਗੁਰੂ ਦੀ ਪ੍ਰਸਾਦ ਮੀਨ ਕਿਰਪਾ, ਗੁਰੂ ਦੀ ਕਿਰਪਾ ਦੁਆਰਾ ਯੂ ਕੈਨ ਕ੍ਰੀਏਟ ਐਨ ਐਸੋਸੀਏਸ਼ਨ with the ultimate power, the ultimate reality, with the blessings of the grace of Guru. That's why we only have our actually approach or our just ਜਿਹੜੀ ਸਾਡੀ ਸਾਂਝ ਹੈਗੀ, ਜਿਹੜੀ ਸਾਡੀ ਪਹੁੰਚ ਹੈਗੀ ਹੈ, ਉਹ ਸਿਰਫ ਗੁਰੂ ਤੱਕ ਹੈਗੀ ਹੈ। ਤੇ ਗੁਰੂ ਮੇਨ ਗੁਰਬਾਣੀ, ਸ਼ਬਦ, ਵਰਡ, ਐਂਡ ਦੈਨ ਤੁਹਾਨੂੰ ਇਨਲਾਈਟਡ ਕਰੇਗਾ, ਉਹਦੇ ਜ਼ਰੀਏ ਤੁਹਾਡੀ ਰਿਲੇਸ਼ਨਸ਼ਿਪ ਬਿਲਟ ਹੋਏਗੀ। ਇੱਥੇ ਮੂਲ ਮੰਤਰ ਸੰਪੂਰਨ ਹੋ ਜਾਂਦਾ ਹੈ। ਇਸ ਤੋਂ ਬਾਅਦ ਜਪ ਤੇ ਅਗਲੀ ਬਾਣੀ ਜਿਹੜੀ ਉਹ ਚੱਲਦੀ ਹੈਗੀ ਹੈ। ਕੱਲ੍ਹ ਯਤਨ ਕਰਾਂਗਾ ਪੂਰੇ ਟਾਈਮ ਤੁਸੀਂ ਬਾਤ ਸ਼ੁਰੂ ਕਰੀਏ ਤੇ ਉਹਦੇ ਮੁਤਾਬਕ ਫਿਰ ਸਮਾਪਤ ਕਰੀਏ। ਅੱਜ ਵਾਸਤੇ ਇੱਥੇ ਸਮਾਪਤੀ, ਭੁੱਲਾਂ ਗਲਤੀਆਂ ਨਾਲ ਉਤਾਰਨੀਆਂ, ਭਾਈ ਸਾਹਿਬ ਸਮਾਪਨ ਕਰਾਉਣਗੇ, ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।